हाय एवरीवन, मेरा नाम है रिचा ਤੇ मैं एक ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਸਾਡਾ ਆਫਿਸ ਮਿਸਿਸਾਗਾ ਦੇ ਵਿੱਚ ਗ੍ਰਿਟ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਮ ਤੋਂ ਹੈ। ਜੇ ਤੁਹਾਡੀ ਕੋਈ ਵੀ ਕੁਐਰੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਨਾਲ ਰਿਲੇਟਡ, ਬੀ ਇਟ ਸਟੱਡੀ ਪਰਮਿਟ, ਵਿਜ਼ਿਟਰ ਵੀਜ਼ਾ, ਵਰਕ ਪਰਮਿਟ, ਸਪਾਊਸਲ ਓਪਨ ਵਰਕ ਪਰਮਿਟ, ਪੀਐਨਪੀ ਐਪਲੀਕੇਸ਼ਨਸ ਜਾਂ ਪੀਆਰ, ਯੂ ਕੈਨ ਸਿੰਪਲੀ ਕੰਟੈਕਟ ਅਸ। For this, what you need to do is book an appointment with us ਤੇ ਅਸੀਂ ਪੂਰਾ ਟਰਾਈ ਕਰਾਂਗੇ ਤੁਹਾਡੇ ਹਰ ਸਵਾਲ ਦਾ ਜਵਾਬ ਡਿਊਰਿੰਗ ਕੰਸਲਟੇਸ਼ਨ ਦੇ ਸਕੀਏ। Also, just a reminder to subscribe to our channel if you are new to this channel and want more updates regarding Canadian immigration on a regular basis. Now let's dive deep into today's video. ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਕਾਫੀ ਜਿਹੜਾ ਫੇਮਸ ਜਾਂ ਈਜ਼ੀ ਪ੍ਰੋਗਰਾਮ ਵੀ ਐਟ ਦ ਸੇਮ ਟਾਈਮ ਆਪਾਂ ਕਹਿ ਸਕਦੇ ਹਾਂ, ਉਹ ਹੈ ਇਨ ਡਿਮਾਂਡ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ। ਇਹ ਜਿਹੜਾ ਪ੍ਰੋਗਰਾਮ ਹੈ ਇਹ ਬਹੁਤ ਜ਼ਿਆਦਾ ਈਜ਼ੀ ਹੈ ਐਂਡ ਆਈ ਡੋਂਟ ਨੋ ਵਾਈ ਨਾਟ ਮੈਨੀ ਪੀਪਲ ਵਾਂਟ ਟੂ ਪਰਸਿਊ ਇਟ। So anyone who is looking forward to settle down in Canada ਜਾਂ specifically ਜੇ ਤੁਸੀਂ ਹਜੇ ਇੰਡੀਆ ਹੀ ਹੋ, ਸਟੱਡੀ ਪਰਮਿਟ ਤੇ ਕੈਨੇਡਾ ਆਉਣਾ ਚਾਹੁੰਦੇ ਹੋ, so this might be the video for you ਕਿਉਂਕਿ ਇਹਦੇ ਵਿੱਚ ਆਪਾਂ 2 ਅਜਿਹੀ ਫੀਲਡਸ ਦੀਆਂ ਗੱਲ ਕਰਾਂਗੇ ਜਿਹਦੇ ਵਿੱਚ ਇਨ ਡਿਮਾਂਡ ਵੀ ਹੈ and at the same time while studying only you would be able to pave a pathway for yourself for your Canadian permanent residency. So ਜਿਵੇਂ ਕਿ ਮੈਂ ਦੱਸਿਆ ਇਸ ਪਾਥਵੇ ਦਾ ਨਾਮ ਹੈ ਨੋਵਾ ਸਕੋਸ਼ੀਆ ਇੰਟਰਨੈਸ਼ਨਲ ਗ੍ਰੈਜੂਏਟ ਇਨ ਡਿਮਾਂਡ। ਤਾਂ ਇਹਦੇ ਵਿੱਚ 2 ਜਿਹੜੇ ਨੌਕ ਕੋਡਸ ਨੇ ਉਹਨਾਂ ਨੂੰ ਸਪੈਸੀਫਿਕਲੀ ਟਾਰਗੇਟ ਕੀਤਾ ਜਾਂਦਾ ਹੈ। ਇੱਕ ਤਾਂ ਹੈ ਨਰਸਿੰਗ ਦੇ ਨਾਲ ਰਿਲੇਟਡ ਐਂਡ ਸੈਕੰਡ ਵਨ ਇਜ਼ अर्ਲੀ ਚਾਈਲਡਹੁੱਡ ਐਜੂਕੇਟਰ। ਸੋ ਜਿਹੜੀਆਂ ਨਰਸ ਏਡਸ ਨੇ ਉਹਨਾਂ ਦਾ ਜਿਹੜਾ ਟੀਅਰ ਕੋਡ ਹੈ ਉਹ ਹੈ 33102। ਇਹਦੇ ਵਿੱਚ ਇਵਨ ਇਫ ਯੂ ਆਰ ਵਰਕਿੰਗ ਐਜ਼ ਅ ਸਪੋਰਟ ਵਰਕ, ਜਿਵੇਂ ਨਰਸਿੰਗ ਅਸਿਸਟੈਂਟ ਆਪਾਂ ਕਹਿ ਸਕਦੇ ਹਾਂ, ਅਗਰ ਤੁਸੀਂ ਉਹਦਾ ਵੀ ਡਿਊਟੀ ਨਿਭਾ ਰਹੇ ਹੋ, ਤੁਹਾਡੇ ਕੋਲ ਜੌਬ ਆਫਰ ਹੈ, ਤੁਹਾਡੀ ਸਟੱਡੀ ਉਹਦੇ ਨਾਲ ਰਿਲੇਟਡ ਹੈ, ਦੈਨ ਯੂ ਵਿਲ ਬੀ ਏਬਲ ਟੂ ਅਪਲਾਈ ਇਨ ਦਿਸ ਪਰਟੀਕੂਲਰ ਸਟਰੀਮ ਐਜ਼ ਵੈਲ। ਡਿਟੇਲ ਦੇ ਵਿੱਚ ਆਪਾਂ ਐਲੀਜੀਬਿਲਿਟੀ ਕੰਡੀਸ਼ਨਸ ਵੀ ਸ਼ਾਰਟਲੀ ਹੀ ਡਿਸਕਸ ਕਰਾਂਗੇ। ਤੇ ਜਿਹੜਾ ਸੈਕਿੰਡ ਨੌਕ ਕੋਡ ਹੈ ਵਿਚ ਇਜ਼ ਫॉर अर्ਲੀ ਚਾਈਲਡਹੁੱਡ ਐਜੂਕੇਟਰ, ਉਹਨਾਂ ਦਾ ਟੀਅਰ ਕੋਡ ਜਿਹੜਾ ਹੈ ਉਹ ਹੈ 42202। ਤੇ ਅਗਰ ਤੁਸੀਂ ਛੋਟੇ ਬੱਚਿਆਂ ਦੀ ਸਹਾਇਤਾ ਕਰ ਰਹੇ ਹੋ, ਜਿਵੇਂ ਇੰਡੀਆ ਦੇ ਵਿੱਚ ਪਲੇਵੇਜ਼ ਹੁੰਦੇ ਨੇ, ਕ੍ਰੈਸ਼ ਹੁੰਦੇ ਨੇ, ਉਵੇਂ ਹੀ ਤੁਸੀਂ ਇੱਥੇ ਵੀ ਹੈਲਪ ਆਊਟ ਕਰਦੇ ਹੋ ਕਿਡਸ ਨੂੰ ਐਂਡ ਯੂ ਆਰ ਨੋਨ ਐਜ਼ अर्ਲੀ ਚਾਈਲਡਹੁੱਡ ਐਜੂਕੇਟਰ। ਤੇ ਅਗਰ ਤੁਹਾਡੀ ਪੜ੍ਹਾਈ ਇਸੇ ਫੀਲਡ ਨਾਲ ਰਿਲੇਟਡ ਹੈ ਐਂਡ ਯੂ ਆਰ ਲੱਕੀ ਇਨਫ ਟੂ ਗੈਟ ਅ ਜੌਬ ਆਫਰ from a Nova Scotia employer ਤਾਂ ਤੁਸੀਂ ਇਸ ਕੈਟਾਗਰੀ ਦੇ ਅੰਡਰ ਵੀ ਐਲੀਜੀਬਲ ਹੋ ਜਾਂਦੇ ਹੋ ਪੀਆਰ ਅਪਲਾਈ ਕਰਨ ਦੇ ਲਈ। ਸੋ ਹਜੇ ਤੱਕ ਤਾਂ ਆਪਾਂ ਗੱਲ ਕੀਤੀ ਹੈ ਕਿ ਕਿਹੜੇ ਉਹ 2 ਟੀਅਰ ਕੋਡਸ ਨੇ ਜਿਹੜੇ ਤੁਹਾਨੂੰ ਐਲੀਜੀਬਲ ਬਣਾਉਂਦੇ ਨੇ, ਪ੍ਰੋਵਾਈਡਡ ਯੂ ਹੈਵ ਅ ਜੌਬ ਆਫਰ ਐਂਡ ਰਿਲੇਟਡ ਐਜੂਕੇਸ਼ਨ ਫਰੋਮ ਨੋਵਾ ਸਕੋਸ਼ੀਆ employer। ਤਾਂ ਆਪਾਂ ਹੁਣ ਗੱਲ ਕਰਾਂਗੇ ਕਿ ਹੋਰ ਬੇਸਿਕ ਜਿਹੜੀਆਂ ਐਲੀਜੀਬਿਲਿਟੀ ਕੰਡੀਸ਼ਨਸ ਨੇ ਉਹ ਕੀ ਨੇ ਇਸ ਸਟਰੀਮ ਦੇ ਅੰਡਰ। For your convenience, I will also put the eligibility conditions on the screen right here so that you can tally and know for yourself whether or not this stream is for you. Now let's dive deep into the eligibility condition. ਜਿਹੜੀ ਪਹਿਲੀ ਕੰਡੀਸ਼ਨ ਹੈ ਉਹ ਹੈ ਕਿ ਪਰਮਨੈਂਟ ਫੁੱਲ ਟਾਈਮ ਜੌਬ ਆਫਰ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਨੋਵਾ ਸਕੋਸ਼ੀਆ ਦੇ EMPLOYER ਤੋਂ, ਜਾਂ ਤਾਂ ਇਹ ਜਿਹੜੀ ਜੌਬ ਆਫਰ ਹੈ ਨਰਸਿੰਗ ਏਡ ਨਾਲ ਰਿਲੇਟਡ ਹੋਵੇ, ਸੈਕੰਡਲੀ अर्ਲੀ ਚਾਈਲਡਹੁੱਡ ਐਜੂਕੇਟਰ ਦੀ ਵੀ ਹੋ ਸਕਦੀ ਹੈ ਐਂਡ ਦ ਮੋਸਟ ਇੰਪੋਰਟੈਂਟ ਕੰਡੀਸ਼ਨ ਇਜ਼ ਕਿ ਜਿਹੜੀ ਤੁਹਾਡੀ ਐਜੂਕੇਸ਼ਨ ਹੈ ਉਹ ਵੀ ਇਹਦੇ ਨਾਲ ਹੀ ਰਿਲੇਟਡ ਹੋਣੀ ਚਾਹੀਦੀ ਹੈ। ਸੈਕੰਡ ਕੰਡੀਸ਼ਨ ਇਜ਼ ਰਿਗਾਰਡਿੰਗ ਯੋਰ ਏਜ ਆਫ ਕੋਰਸ ਕਿ ਤੁਸੀਂ 21 ਤੋਂ 55 ਸਾਲ ਦੀ ਉਮਰ ਦੇ ਵਿੱਚ ਹੋਣੇ ਚਾਹੀਦੇ ਹੋ। ਥਰਡ ਇਜ਼ ਕਿ ਤੁਹਾਡੇ ਕੋਲ ਹਾਈ ਸਕੂਲ ਜਿਹੜਾ ਡਿਪਲੋਮਾ ਹੈ ਉਹ ਹੋਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਰਿਲੇਟਡ ਐਜੂਕੇਸ਼ਨ ਹੋਣੀ ਚਾਹੀਦੀ ਹੈ। ਨਾ ਇਹ ਐਜੂਕੇਸ਼ਨ ਕਿੱਥੋਂ ਹੋਣੀ ਚਾਹੀਦੀ ਹੈ, ਦਿਸ ਇਜ਼ ਵੇਅਰ ਦ ਮੇਨ ਕੀ ਇਜ਼ ਕਿ ਜਿਹੜੀ ਤੁਹਾਡੀ ਐਜੂਕੇਸ਼ਨ ਹੈ ਉਹ ਨੋਵਾ ਸਕੋਸ਼ੀਆ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਐਂਡ ਪਿਛਲੇ 3 ਸਾਲਾਂ ਦੇ ਅੰਦਰ ਤੁਸੀਂ ਇਹ ਐਜੂਕੇਸ਼ਨ ਅਟੇਨ ਕੀਤੀ ਹੋਵੇ ਜਦੋਂ ਤੁਸੀਂ ਆਪਣੀ ਫਾਈਲ ਹੈ ਜਿਹੜੀ ਉਹ ਦਾਇਆ ਕਰ ਰਹੇ ਹੋ ਇਸ ਪ੍ਰੋਗਰਾਮ ਦੇ ਅੰਡਰ। ਸੋ 50% ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਹ ਘੱਟ ਤੋਂ ਘੱਟ ਨੋਵਾ ਸਕੋਸ਼ੀਆ ਦੇ ਅੰਡਰ ਹੀ ਕੰਪਲੀਟ ਹੋਇਆ ਹੋਵੇ। ਯੂ ਸ਼ੁੱਡ ਬੀ ਲਿਵਿੰਗ ਇਨ ਦ ਪ੍ਰੋਵਿੰਸ ਆਫ ਨੋਵਾ ਸਕੋਸ਼ੀਆ ਐਂਡ ਐਟ ਦ ਸੇਮ ਟਾਈਮ ਮੇਕ ਸ਼ੋਰ ਕਿ ਜਿਹੜਾ ਇਹ ਪ੍ਰੋਗਰਾਮ ਹੈ ਉਹ ਐਟਲੀਸਟ 30 ਵੀਕਸ ਦੀ ਡਿਊਰੇਸ਼ਨ ਦਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਸੋ ਯੂ ਡੂ ਨਾਟ ਨੀਡ ਟੂ ਸਪੈਂਡ 4 years 3 years ਸਟੱਡਿੰਗ। ਤਾਂ ਤੁਸੀਂ ਸਾਲ ਦੀ ਘੱਟ ਤੋਂ ਐਜੂਕੇਸ਼ਨ ਦੇ ਵਿੱਚ ਵੀ ਇਹ ਜਿਹੜੀ ਪ੍ਰੋਗਰਾਮ ਐਲੀਜੀਬਿਲਿਟੀ ਹੈ ਇਹ ਮੀਟ ਕਰ ਸਕਦੇ ਹੋ, ਪ੍ਰੋਵਾਈਡਡ ਅਗਰ ਤੁਸੀਂ ਨਰਸਿੰਗ ਏਡ ਵਾਲਾ, ਨਰਸਿੰਗ ਦੇ ਨਾਲ ਰਿਲੇਟਡ, ਹੈਲਥ ਨਾਲ ਰਿਲੇਟਡ ਕੋਈ ਪ੍ਰੋਗਰਾਮ ਕਰ ਰਹੇ ਹੋ ਤਾਂ ਇਹ ਜਿਹੜਾ ਪ੍ਰੋਗਰਾਮ ਹੈ ਈਦਰ ਸਰਟੀਫਿਕੇਟ ਹੋ ਸਕਦਾ, ਡਿਪਲੋਮਾ ਹੋ ਸਕਦਾ ਜਾਂ ਡਿਗਰੀ ਹੋ ਸਕਦੀ ਹੈ। whereas ਅਗਰ ਆਪਾਂ अर्ਲੀ ਚਾਈਲਡਹੁੱਡ ਐਜੂਕੇਟਰ ਦੀ ਗੱਲ ਕਰੀਏ ਤਾਂ ਉੱਥੇ ਉਹ ਸਰਟੀਫਿਕੇਟ ਨਹੀਂ ਹੋ ਸਕਦਾ, ਇਟ ਕੈਨ ਈਦਰ ਬੀ ਅ ਡਿਗਰੀ ਔਰ ਅ ਡਿਪਲੋਮਾ। ਬਾਕੀ ਜਿਹੜੀਆਂ ਕੰਡੀਸ਼ਨਸ ਨੇ ਉਹ ਸੇਮ ਰਹਿੰਦੀਆਂ ਨੇ। ਐਟ ਦ ਸੇਮ ਟਾਈਮ ਸਾਨੂੰ ਸਭ ਨੂੰ ਪਤਾ ਕਿ ਲਾਇਸੈਂਸਿੰਗ ਦੀ ਵੀ ਰਿਕੁਆਇਰਮੈਂਟ ਹੁੰਦੀ ਹੈ ਟੂ ਵਰਕ ਇਨ ਹੈਲਥ ਸੈਕਟਰ ਔਰ ਐਜੂਕੇਸ਼ਨ ਸੈਕਟਰ। ਸੋ ਮੇਕ ਸ਼ੋਰ ਤੁਹਾਡੇ ਕੋਲ ਜਿਹੜਾ ਸਰਟੀਫਿਕੇਟ ਹੈ ਰਿਕੁਆਇਰਡ ਇਹਨਾਂ ਜੌਬਸ ਨੂੰ ਕਰਨ ਲਈ ਉਹ ਵੀ ਜ਼ਰੂਰ ਹੋਵੇ, ਨੋਵਾ ਸਕੋਸ਼ੀਆ ਦੀ ਪ੍ਰੋਵਿੰਸ ਤੋਂ ਹੀ ਇਸ਼ੂ ਕੀਤਾ ਹੋਇਆ।
ਨੈਕਸਟ ਇਜ਼ ਕਿ ਤੁਹਾਡੀ ਜਿਹੜੀ ਲੈਂਗੁਏਜ ਐਲੀਜੀਬਿਲਟੀ ਹੈ ਉਹ ਵੀ ਬਹੁਤ ਘੱਟ ਜਾਂਦੀ ਹੈ। CLB 5 ਹੀ ਹੈ ਵਿਚ ਇਜ਼ ਵੈਰੀ ਲੈਸ ਐਜ਼ ਕੰਪੇਅਰ ਟੂ ਅਦਰ ਪ੍ਰੋਗਰਾਮਸ, ਜਿਵੇਂ ਐਕਸਪ੍ਰੈਸ ਐਂਟਰੀ ਦੇ ਵਿੱਚ ਅੱਜ ਕੱਲ੍ਹ 8777 ਲੈ ਕੇ ਵੀ ਕੁਝ ਨਹੀਂ ਬਣ ਰਿਹਾ। ਸੋ ਦਿਸ ਇਜ਼ ਵੇਅਰ ਦਿਸ ਕਾइंड ऑफ अ प्रोग्राम कम्स हैंडी एंड बहुत ज़्यादा ईजी हो जाता है, प्रोवाइडेड यू आर ऑन द राइट ट्रैक, थोड़ी एजुकेशन सेम फील्ड दे विच है एंड नाउ यू गॉट अ जॉब ऑफर इन द सेम फील्ड एज वैल। एंड लास्टली ਜਿਹੜੇ फाइनेंसिस ने वो भी सानू शो करने पैंदे हैं। ਹੁਣ ਬਹੁਤ ਲੋਕਾਂ ਦਾ ਇਹ ਸਵਾਲ ਹੋਏਗਾ ਕਿ ਵਾਈਲ ਸਿਟਿੰਗ ਇਨ ਇੰਡੀਆ ਔਰ ਇਨ ਐਨੀ ਅਦਰ ਕੰਟਰੀ ਹਾਊ ਆਰ ਵੀ ਐਲੀਜੀਬਲ। ਸਾਨੂੰ ਸਭ ਨੂੰ ਪਤਾ ਹੈ ਕਿ ਇੱਕ ਟ੍ਰੈਂਡ ਚੱਲਿਆ ਹੋਇਆ ਇੰਡੀਆ ਦੇ ਵਿੱਚ ਟੂ ਕਮ ਟੂ ਕੈਨੇਡਾ ਔਨ ਅ ਸਟੱਡੀ ਪਰਮਿਟ, ਤੇ ਗਲਤੀ ਅੱਜ ਕੱਲ੍ਹ ਕਿੱਥੇ ਹੋ ਰਹੀ ਹੈ ਕਿ ਅਸੀਂ ਜ਼ਿਆਦਾਤਰ GTA ਦੇ ਵਿੱਚ ਜਾਂ ਜਿੱਥੇ ਸਾਡੇ ਰਿਸ਼ਤੇਦਾਰ ਨੇ ਉੱਥੇ ਆਉਣਾ ਪਸੰਦ ਕਰ ਰਹੇ ਹਾਂ ਰਾਦਰ ਦੈਨ ਇਵਨ ਲੁਕਿੰਗ ਇਨਟੂ ਅਦਰ ਪ੍ਰੋਗਰਾਮਸ ਅਵੇਲੇਬਲ ਟੂ ਅਸ। ਤਾਂ ਹੁਣ ਬੱਚਾ +2 ਕਰਕੇ ਬਰੈਂਪਟਨ ਵਰਗੇ ਸ਼ਹਿਰ 'ਚ ਆ ਤਾਂ ਜਾਂਦਾ ਹੈ, ਨਾ ਉਹਦੇ ਕੋਲ ਅੱਜ ਜੌਬ ਹੈ, ਨਾ ਹੀ ਉਹਦੇ ਕੋਲ ਇੱਕ ਅੱਛਾ ਸਟੱਡੀ ਪ੍ਰੋਗਰਾਮ ਹੈ ਜਿਹਦੇ ਨਾਲ ਰਿਲੇਟਡ ਉਹਨੂੰ ਜੌਬ ਵੀ ਮਿਲ ਜੇ ਤੇ ਕੱਲ੍ਹ ਨੂੰ PR ਵੀ ਈਜ਼ੀਲੀ ਹੋ ਸਕੇ, ਰਾਈਟ। ਸੋ ਅਲਟੀਮੇਟਲੀ ਉਹ ਕੀ ਕਰਦੇ ਨੇ, +2 ਤੋਂ ਬਾਅਦ ਜਿਹੜਾ ਬੱਚਾ ਆਇਆ ਹੈ ਸਟੱਡੀ ਕਰਕੇ ਕਿਸੇ ਹੋਰ ਪ੍ਰੋਵਿੰਸ 'ਚ ਮੂਵ ਹੋ ਜਾਂਦਾ ਹੈ। ਬਟ ਜੇ ਤੁਸੀਂ ਪਹਿਲਾਂ ਹੀ ਆਪਣਾ ਟੀਚਾ ਇਹੀ ਮਿੱਥ ਕੇ ਆ ਰਹੇ ਹੋ ਕਿ ਅਸੀਂ ਕੈਨੇਡਾ ਪਰਮਨੈਂਟਲੀ ਸੈਟਲ ਹੋਣਾ ਹੈ, ਤਾਂ ਕਿਉਂ ਨਾ ਅਸੀਂ ਆਪਣੇ ਬੱਚਿਆਂ ਨੂੰ ਉਸ ਡਾਇਰੈਕਸ਼ਨ ਦੇ ਵਿੱਚ ਹੀ ਗਾਈਡ ਕਰੀਏ ਜਿੱਥੇ ਉਹਨਾਂ ਲਈ PR ਲੈਣੀ ਵੀ ਈਜ਼ੀ ਹੋਵੇ। ਮੋਸਟਲੀ ਅਸੀਂ ਜਾਣਦੇ ਹਾਂ ਕਿ ਪੰਜਾਬ ਤੋਂ ਕੁੜੀਆਂ ਅਰਲੀ ਚਾਈਲਡਹੁੱਡ ਐਜੂਕੇਟਰ ਜਾਂ ਨਰਸਿੰਗ ਨਾਲ ਰਿਲੇਟਡ ਕੋਰਸਿਸ ਲੈ ਕੇ ਆਉਂਦੀਆਂ ਨੇ ਸ਼ੈਰੀਡਨ ਵਰਗੇ ਕਾਲਜਸ ਦੇ ਵਿੱਚ ਜੋ ਬਰੈਂਪਟਨ ਵਿੱਚ ਨੇ, ਰਾਈਟ। ਬਟ ਫਿਰ ਵੀ ਉਹਨਾਂ ਨੂੰ ਅਗਰ ਨਰਸਿੰਗ ਦਾ ਐਗਜ਼ਾਮ ਉਹ ਨਹੀਂ ਕਰ ਪਾਉਂਦੀਆਂ, ਅੱਜ ਦੀ ਡੇਟ ਦੇ ਵਿੱਚ ਕੋਈ ਐਸ ਸੱਚ ਪ੍ਰੋਵਿੰਸ਼ੀਅਲ ਪ੍ਰੋਗਰਾਮ ਨਹੀਂ ਹੈ। ਬਟ ਜੇ ਉਹ ਸਿੱਧਾ ਉਸੇ ਪ੍ਰੋਵਿੰਸ ਦੇ ਵਿੱਚ ਹੀ ਆਉਣ ਜਿੱਥੇ ਉਹਨਾਂ ਨੂੰ PR ਵੀ ਈਜ਼ੀਲੀ ਮੁਹੱਈਆ ਕਰਾਈ ਜਾ ਰਹੀ ਹੈ ਸਰਕਾਰ ਦੇ ਪ੍ਰਤੀ, ਤਾਂ ਵਾਈ ਨਾਟ, ਰਾਈਟ। ਸੋ ਮੇਕ ਸ਼ੋਰ ਜਦੋਂ ਵੀ ਤੁਸੀਂ ਕੋਈ ਵੀ ਕਾਲਜ ਪ੍ਰੋਗਰਾਮ ਚੂਜ਼ ਕਰਦੇ ਹੋ ਜ਼ਰੂਰ ਉਹਦਾ ਫਿਊਚਰ ਸਕੋਪ ਦੇਖਿਆ ਕਰੋ। ਸੋ ਇਸ ਵੀਡੀਓ ਦੇ ਵਿੱਚ ਆਪਾਂ ਬੇਸਿਕਲੀ ਇਹੀ ਗੱਲ ਕੀਤਾ ਕਿ ਅਗਰ ਤੁਸੀਂ ਕੈਨੇਡਾ ਦੇ ਵਿੱਚ ਹੋ ਜਾਂ ਕੈਨੇਡਾ ਦੇ ਵਿੱਚ ਆਉਣ ਦੀ ਸੋਚ ਰਹੇ ਹੋ ਸਪੈਸੀਫਿਕਲੀ ਔਨ ਸਟੱਡੀ ਪ੍ਰੋਗਰਾਮ, ਤਾਂ ਇਹ ਜਿਹੜਾ ਇੱਕ ਨੋਵਾ ਸਕੋਸ਼ੀਆ ਇਨ ਡਿਮਾਂਡ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਜਿਹੜੀ 2 ਟੀਅਰ ਕੋਰਸ ਨੂੰ ਟਾਰਗੇਟ ਕਰ ਰਹੀ ਹੈ ਨਰਸਿੰਗ ਏਡ ਨੂੰ ਲੈ ਕੇ ਜਾਂ ਫਿਰ ਅਰਲੀ ਚਾਈਲਡਹੁੱਡ ਐਜੂਕੇਟਰ ਨੂੰ ਲੈ ਕੇ, ਇਹ ਤੁਹਾਡੇ ਲਈ ਕਾਫੀ ਫਾਇਦੇਮੰਦ ਪ੍ਰੋਗਰਾਮ ਹੋ ਸਕਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹਮੇਸ਼ਾ ਸਾਨੂੰ ਸੰਪਰਕ ਕਰ ਸਕਦੇ ਹੋ। ਜੇ ਤੁਹਾਡੇ ਹੋਰ ਵੀ ਕੋਈ ਕੁਐਸਚਨਸ ਨੇ ਇਸੇ ਵੀਡੀਓ ਤੇ ਨਹੀਂ ਬਲਕਿ ਹੋਰ ਕੋਈ ਵੀ ਟੌਪਿਕ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ, ਫੀਲ ਫ੍ਰੀ ਟੂ ਕੰਟੈਕਟ ਅਸ।